फतेह कर ही लई सी है ना। ਜਦੋਂ ਉਹ ਛੋਟਾ ਸੀ ਉਹ ਮਕਦੂਨੀਆ ਦੇ ਸ਼ਾਸਕ ਫਿਲਿਪ ਦੇ ਘਰੇ ਪੈਦਾ ਹੋਇਆ। ਫਿਲਿਪ ਇੱਕ ਛੋਟੀ ਜਿਹੀ ਰਿਆਸਤ ਸੀਗੀ ਯੂਨਾਨ ਦੇ ਵਿੱਚ, ਗ੍ਰੀਸ ਦੇ ਵਿੱਚ, ਅਜੋਕਾ ਗ੍ਰੀਸ ਜਿਹੜਾ ਹੈ ਉਸ ਦੇ ਵਿੱਚ ਛੋਟੇ ਜਿਹੇ ਘਰ ਦੇ ਵਿੱਚ ਪੈਦਾ ਹੋਇਆ ਤੇ ਉੱਥੇ ਉਸ ਦੇ ਫਾਦਰ ਸਾਹਿਬ ਨੇ ਜਿਹੜਾ ਕਿ ਇੱਕ ਅੱਖ ਤੋਂ ਕਾਣਾ ਸੀ, ਉਸਨੇ ਸੁਪਨਾ ਦੇਖਿਆ ਕਿ ਬਈ ਇਸ ਦੁਨੀਆ ਨੇ ਫਤਿਹ ਕਰਨਾ ਹੈ, ਸਿਕੰਦਰ ਨੇ ਦੁਨੀਆ ਨੂੰ ਫਤਿਹ ਕਰਨਾ ਹੈ। ਇਹ ਸੁਪਨਾ ਦੇਖਿਆ। ਉਹ ਸੁਪਨੇ ਨੂੰ ਪੂਰਾ ਕਰਨ ਲਈ ਫਿਰ ਉਹਨਾਂ ਦੇ ਲਈ ਟੀਚਰ ਵੀ ਇਹੋ ਜਿਹੇ ਹੋਣਗੇ, ਕਿਉਂਕਿ ਜਿਹੋ ਜਿਹੇ ਗੁਰੂ ਹੁੰਦੇ ਨੇ ਉਹੋ ਜਿਹੇ ਚੇਲੇ ਨਿਕਲ ਕੇ ਆਉਂਦੇ ਨੇ। ਉਹਦਾ ਗੁਰੂ ਰੱਖਿਆ ਗਿਆ ਅਰਸਤੂ ਨੂੰ। ਅਰਸਤੂ ਉਹ ਮਹਾਨ ਪ੍ਰਾਣੀ ਹੈ ਜਿਸ ਨੇ 2000 ਤੋਂ ਵੱਧ ਮਹਾਨ ਗ੍ਰੰਥ ਲਿਖੇ, ਇਪਿਕਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਇਪਿਕ ਉਹ ਹੁੰਦੇ ਨੇ ਜਿਹੜੇ ਮਹਾਨ ਗ੍ਰੰਥਾਂ ਦੇ ਨਾਮ ਲੈ ਲੈਂਦੇ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਹੋ ਗਿਆ, ਕੁਰਾਨ ਸ਼ਰੀਫ ਹੋ ਗਿਆ, ਗੀਤਾ ਹੋ ਗਿਆ, ਮਹਾਭਾਰਤ ਹੋ ਗਿਆ, ਇਹਨਾਂ ਨੂੰ ਇਪਿਕ ਕਹਿੰਦੇ ਆ। ਉਹ ਜੇ 2000 ਗ੍ਰੰਥ ਲਿਖੇ ਤੇ ਜਿਹੜੇ ਗ੍ਰੰਥ ਜਿਹੜੇ ਵਿਸ਼ੇ ਦੇ ਉੱਤੇ ਉਸਨੇ ਲਿਖੇ ਉਹਨਾਂ ਵਿੱਚੋਂ ਮੋਸਟਲੀ ਦੇ ਉਸ ਨੂੰ ਫਾਦਰ ਆਫ ਦੈਟ ਪਾਰਟਿਕੂਲਰ ਸਬਜੈਕਟ ਦਾ ਖਿਤਾਬ ਦਿੰਦਾ ਹੈ। ਫੋਰ ਐਗਜ਼ਾਮਪਲ ਹੀ ਇਜ਼ ਅ ਫਾਦਰ ਆਫ ਪੋਲੀਟੀਕਲ ਸਾਇੰਸ, ਸੋਸ਼ੀਓਲੋਜੀ, ਐਂਥਰੋਪੋਲੋਜੀ, ਲੌਜਿਕ, ਤਰਕ ਸ਼ਾਸਤਰ, ਇਹਨਾਂ ਸਾਰਿਆਂ ਦਾ ਫਾਦਰ ਹੋਈ ਹੈ। ਈਵਨ ਬਾਇਓਲੋਜੀ ਦਾ ਫਾਦਰ ਵੀ ਹੋਈ ਹੈ। ਠੀਕ ਹੈ। ਸੋ ਅਰਸਤੂ ਜਦੋਂ ਅਰਸਤੂ ਨੂੰ ਗੁਰੂ ਬਣਾ ਦਿੱਤਾ ਗਿਆ ਸਿਕੰਦਰ ਦਾ। ਸਿਕੰਦਰ ਜਦੋਂ ਤੁਹਾਡੇ ਕਿ ਜਿੰਨੀ ਏਜ ਦਾ ਸੀਗਾ ਉਹ ਇੱਕ ਵਾਰੀ ਜਾ ਰਹੀ ਸੀ। ਪਹਿਲਾਂ ਗੁਰੂ ਚੇਲੇ ਦਾ ਰਿਵਾਜ ਹੁੰਦਾ ਸੀਗਾ, ਉਹ ਨਦੀਆਂ ਪਾਰ ਕਰਦੇ ਹੁੰਦੇ, ਗੁਰੂ ਜੀ ਆਸ਼ਰਮ ਦੇ ਵਿੱਚ ਰਹਿੰਦੇ ਤੇ ਉਸੇ ਤਰੀਕੇ ਨਾਲ ਸਿੱਖਿਆ ਗ੍ਰਹਿਣ ਕਰਦੇ ਸੀ। ਮਾਡਰਨ ਕਲਾਸ ਦਾ ਕਨਸੈਪਟ ਉਦੋਂ ਤੱਕ ਨਹੀਂ ਆਇਆ ਸੀ। ਅਰਸਤੂ ਦੇ ਨਾਲ ਸਿਕੰਦਰ ਮਹਾਨ ਜਾ ਰਿਹਾ ਸੀ, ਛੋਟਾ ਜਿਹਾ ਸੀ ਤੁਹਾਡੇ ਜਿੰਨਾ ਕਿ ਇੱਕ ਟੀਨੇਜਰ। ਤੇ ਜਦੋਂ ਉਹ ਜਾ ਰਿਹਾ ਸੀ, ਜਾਂਦੇ ਹੋਏ ਰਾਸਤੇ ਦੇ ਵਿੱਚ ਇੱਕ ਨਦੀ ਪੈਂਦੀ ਸੀ ਤੇ ਨਦੀ ਦੇ ਵਿੱਚ ਬਾੜ ਆਉਣ ਕਰਕੇ ਬੜਾ ਜ਼ੋਰ ਦਾ ਹੜ੍ਹ ਆਇਆ ਹੋਇਆ ਸੀ। ਉਹ ਹੜ੍ਹ ਦੇ ਵਿੱਚ ਇੰਨਾ ਭਿਅੰਕਰ ਹੜ੍ਹ ਉਸ ਨਦੀ ਦਾ ਚੱਲ ਰਿਹਾ ਸੀ ਕਿ ਉਸ ਦੇ ਵਿੱਚੋਂ ਜੇ ਕੋਈ ਪਾਰ ਜਾਏ ਤੇ ਮੋਸਟ ਪ੍ਰੋਬਬਲੀ 99% ਹੀ ਵਿਲ ਬੀ ਸੰਕ ਅਪ, ਡੁੱਬ ਜਾਏਗਾ। ਸੋ ਅਰਸਤੂ ਨੇ ਕਿਹਾ ਕਿ ਬਿਕੋਜ਼ ਯੂ ਆਰ ਪ੍ਰਿੰਸ, ਕਿਉਂਕਿ ਤੂੰ ਰਾਜਕੁਮਾਰ ਹੈ, ਮੈਂ ਇਸ ਨਦੀ ਨੂੰ ਪਾਰ ਕਰਦਾ। ਜੇ ਮੈਂ ਸਕਸੈਸਫੁਲੀ ਪਾਰ ਕਰ ਗਿਆ ਤੇ ਰਾਜੇ ਤੂੰ ਮੇਰੇ ਪਿੱਛੇ ਆ ਜੀ, ਜੇ ਮੈਂ ਡੁੱਬ ਗਿਆ ਤੂੰ ਘਰੇ ਵਗ ਜੀ। ਸਿਕੰਦਰ ਨੇ ਕਿਹਾ ਕਿ ਨਹੀਂ, ਤੁਸੀਂ ਮੇਰੇ ਗੁਰੂ ਹੋ, ਮੈਂ ਨਦੀ ਪਾਰ ਕਰਦਾ, ਜੇ ਮੈਂ ਪਾਰ ਕਰ ਗਿਆ ਤੇ ਤੁਸੀਂ ਮੇਰੇ ਪਿੱਛੇ ਆ ਜਾਓ, ਨਹੀਂ ਤਾਂ ਤੁਸੀਂ ਵਗ ਜਾਓ। ਅਰਸਤੂ ਨੇ ਜਿੱਦ ਕੀਤੀ ਕਿ ਤੂੰ ਰਾਜਕੁਮਾਰ ਹੈ, ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੈਨੂੰ ਦੁਨੀਆ ਦਾ ਮਹਾਨ ਰਾਜਾ ਬਣਾਉਣ ਦੇ ਲਈ। ਪਰ ਸਿਕੰਦਰ ਨਾ ਮੰਨਿਆ। ਸਿਕੰਦਰ ਨੇ ਇੱਕ ਗੱਲ ਅੱਗੋਂ ਜਵਾਬ ਦਿੱਤੀ। ਉਹ ਕਹਿੰਦਾ ਕਿ ਜੇ ਇੱਕ ਸਿਕੰਦਰ ਮਰ ਗਿਆ ਤੇ ਅਰਸਤੂ ਲੱਖਾਂ ਸਿਕੰਦਰ ਪੈਦਾ ਕਰ ਦੇਗਾ। ਜੇ ਇੱਕ ਅਰਸਤੂ ਮਰ ਗਿਆ, ਲੱਖਾਂ ਸਿਕੰਦਰ ਰਲ ਕੇ ਇੱਕ ਅਰਸਤੂ ਨਹੀਂ ਪੈਦਾ ਕਰ ਪਾਉਂਦੇ। ਦ ਕ੍ਰੈਕਸ ਆਫ ਦ ਸਟੋਰੀ ਕਿ ਜਿਹੜੇ ਆਪਣੇ ਟੀਚਰ ਦਾ ਸਨਮਾਨ ਕਰਦੇ ਨੇ ਉਹ ਆਪਣਾ ਸਨਮਾਨ ਵਧਾਉਂਦੇ। ਸੋ ਬਿਫੋਰ ਵੀ ਸ਼ੁੱਡ ਸਟਾਰਟ ਦ ਸੈਸ਼ਨ ਯੂ ਮਸਟ ਹੈਵ ਅ ਕਲੈਪ ਫॉर योर टीचर। चॉकलेट राइट्स ਦੇ ਬਾਰੇ ਕਿਹਨੇ ਸੁਣਿਆ ਹੁਣ ਤੱਕ? ਰਾਈਟਸ ਅਧਿਕਾਰ ਦੇ ਬਾਰੇ ਤੁਹਾਡੇ ਵਿੱਚੋਂ ਕਿਹਨੇ ਸੁਣਿਆ ਹੁਣ ਤੱਕ? ਕੀ ਹੁੰਦੇ ਨੇ ਰਾਈਟਸ? ਕਿਉਂ ਇੰਨੇ ਜ਼ਰੂਰੀ ਨੇ? वैसे तो 6 दिन का टॉपिक है, बट आई विल ट्राई टू सम अप इन ए 1 आवर, राइट? सो अधिकार की हुंदे ने? एनीबॉडी? ओके, जस्ट हैव ए एग्जांपल, है ना? तुसी जा रहे हो, यू आर राइडिंग बाइक एंड ਤੁਹਾਨੂੰ ਪੁਲਿਸ ਵਾਲੇ ਨੇ ਫੜ ਲਿਆ। ਪੁਲਿਸ ਵਾਲੇ ਦਾ ਦਿਲ ਕੀਤਾ, ਠੀਕ ਹੈ, ਤੇ ਉਸਨੇ ਤੁਹਾਨੂੰ ਖਿੱਚ ਕੇ 4 ਚਪੇੜਾਂ ਮਾਰਨੀਆਂ। ਉਸ ਨੂੰ ਰੋਕਣ ਵਾਲਾ ਕੋਈ ਨਹੀਂਗਾ ਉੱਥੇ, ਬਿਕੋਜ਼ ਹੀ ਇਜ਼ ਫਿਜ਼ੀਕਲੀ ਸਟਰੋਂਗ, he have a uniform, he have authority, he have that power and that legitimacy also, right? So being a citizen, being a adult citizen of this country, this beautiful nation, what kind of rights you got out there? एक और example देख लेंगे अपन। For example, कुछ circumstances, ਤੁਹਾਡੇ ਵਿੱਚੋਂ ਕਿਸੇ ਨੇ ਮੂਵੀ ਦੇਖਣ ਦਾ ਸ਼ੌਕ ਸਭ ਨੂੰ ਹੋਏਗਾ? ਠੀਕ ਹੈ। ਤੁਹਾਡੇ ਵਿੱਚੋਂ ਹਾਲੀਵੁੱਡ ਮੂਵੀਜ਼ ਵੀ ਦੇਖਦੇ ਹੋਣਗੇ? ਓਕੇ। ਇੱਕ ਮੂਵੀ ਹੈ 2015 ਦੀ ਗ੍ਰੈਮੀ ਅਵਾਰਡ ਵਿਨਰ, 3 ਗ੍ਰੈਮੀ ਉਸ ਨੂੰ ਮਿਲੇ, 9 ਆਸਕਰ ਮਿਲੇ। ਮੂਵੀ ਦਾ ਨਾਮ ਹੈ 12 Years of Slave, 12 ਸਾਲ ਗੁਲਾਮੀ ਦੇ। ਕਿਸੇ ਨੇ ਦੇਖੀ? ਦੇਖਣਾ, ਜੇ ਨਹੀਂ ਦੇਖੀ ਇਟਸ ਅ ਮਸਟ ਵਾਚ ਮੂਵੀ ਬਿਫੋਰ ਯੂ ਡਾਈ। ਇਹ ਮੈਂ ਕਿਉਂ ਦੱਸ ਰਿਹਾ? ਇਹ ਅਪਾਰਟੀ ਹੈਡ ਰਾਈਟਸ ਦੇ ਉੱਤੇ ਬਣੀ ਹੋਈ ਬਹੁਤ ਬਿਹਤਰੀਨ ਮੂਵੀ ਹੈ, ਜਿਸ ਨੇ ਪੂਰੀ ਦੁਨੀਆ ਦੇ ਵਿੱਚ ਰਾਈਟ ਦੇ ਕਨਸੈਪਟ ਨੂੰ ਐਵੇਂ ਖੋਲ ਕੇ ਰੱਖਤਾ ਜਿਵੇਂ ਕਿ ਇੱਕ ਬੁਝੇ ਹੋਏ ਦਿਮਾਗ ਨੂੰ ਕਿਸੇ ਨੇ ਬਹੁਤ ਖੂਬਸੂਰਤੀ ਦੇ ਨਾਲ ਓਪਨ ਕਰਤਾ ਹੋਵੇ। ਬੇਸਿਕਲੀ ਕਹਾਣੀ ਸਿਰਫ ਇੰਨੀ ਜੀ ਹੈ ਕਿ ਇੱਕ ਵਿਅਕਤੀ ਜਿਹੜਾ ਕਿ ਅਮਰੀਕਨ ਨੀਗਰੋ ਹੁੰਦਾ ਹੈ, ਉਸ ਨੂੰ ਗੁਲਾਮ ਬਣਾ ਕੇ ਰੱਖ ਲਿਆ ਜਾਂਦਾ 12 ਸਾਲ ਤੱਕ। ਉਹ 12 ਸਾਲ ਉਹਦੇ ਨਾਲ ਕੀ ਤਸੀਹੇ ਹੁੰਦੇ ਨੇ, 12 ਸਾਲਾਂ ਤੋਂ ਬਾਅਦ ਉਹ ਕਿਵੇਂ ਉਹਨਾਂ ਤਸੀਹਾਂ ਤੋਂ ਨਿਕਲ ਕੇ ਇਸ ਡਿਸਕ੍ਰਿਮੀਨੇਸ਼ਨ ਨੂੰ ਐਂਡ ਕਰਨ ਦਾ ਤੇ ਲੋਕਾਂ ਦੇ ਮੂਲ ਅਧਿਕਾਰਾਂ ਦੇ ਲਈ ਲੜਨ ਦਾ, ਜਿਵੇਂ ਉਹ ਇੱਕ ਪ੍ਰਕਾਰ ਨਾਲ
ਜ਼ਿੰਮੇਵਾਰੀ ਚੱਕਦਾ ਹੈ ਤੇ ਉਸ ਨੂੰ ਕਿਵੇਂ ਪੂਰਾ ਨਿਭਾਉਂਦਾ ਹੈ, ਉਸ ਨੂੰ ਦੇਖਿਓ। ਫੋਰ ਐਗਜ਼ਾਮਪਲ ਹੁਣ ਤੁਸੀਂ ਬੀਇੰਗ ਏ ਹਿਊਮਨ, ਜਿਵੇਂ ਅਰਿਸਟੋਟਲ ਨੇ ਕਿਹਾ ਹਿਊਮਨ ਬੀਇੰਗ ਇਜ਼ ਅ ਸੋਸ਼ਲ ਐਨੀਮਲ, ਤੁਸੀਂ ਸਾਰੇ ਸਮਾਜਿਕ ਪ੍ਰਾਣੀ ਹੋ, ਸਮਾਜ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕਦੇ। ਇਫ ਏ ਹਿਊਮਨ ਬੀਇੰਗ ਕੈਨ ਲਿਵ ਇਨ society without society, that either he is a beast or either he is a god। ਜੇ ਮਨੁੱਖ ਸਮਾਜ ਤੋਂ ਬਗੈਰ ਰਹਿ ਸਕਦਾ ਹੈ ਜਾਂ ਤਾਂ ਉਹ ਰਾਖਸ਼ ਹੈ ਜਾਂ ਉਹ ਦੇਵਤਾ ਹੈ। that means we are social animal, we cannot live without society। so being a social animal we got certain rights। ਹੁਣ ਪਸ਼ੂਆਂ ਦੇ ਕੋਈ ਰਾਈਟਸ ਨਹੀਂ ਹੁੰਦੇ, ਉਹਨਾਂ ਨੂੰ ਖਾਣਾ ਮਿਲੇ ਨਾ ਮਿਲੇ, ਉਹਨਾਂ ਨੂੰ ਪੜ੍ਹਾਈ ਮਿਲੇ ਨਾ ਮਿਲੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸਮਾਨ ਇੰਟੀਗ੍ਰਿਟੀ ਡਿਗਨਿਟੀ ਕਿਸੇ ਪ੍ਰਕਾਰ ਦੀ ਮਿਲੇ ਨਾ ਮਿਲੇ, ਕੋਈ ਜ਼ਰੂਰੀ ਨਹੀਂ। ਬਟ ਬੀਇੰਗ ਏ ਹਿਊਮਨ ਦ ਮਾਸਟਰਪੀਸ ਆਫ ਦ ਅਲਮਾਈਟੀ, ਉਸ ਪਰਮ ਪਿਤਾ ਪਰਮਾਤਮਾ ਦੀ ਸਰਵਉੱਚ ਰਚਨਾ ਹੋਣ ਦੇ ਨਾਤੇ, ਤੁਸੀਂ ਮਨੁੱਖ ਹੋਣ ਦੇ ਨਾਤੇ ਤੁਹਾਨੂੰ ਕੁਝ ਅਧਿਕਾਰ ਮਿਲੇ ਹੋਏ ਨੇ। ਇਹਨਾਂ ਅਧਿਕਾਰਾਂ ਨੂੰ ਆਪਾਂ ਰਾਈਟਸ ਦਾ ਨਾਮ ਦਿੰਦੇ ਹਾਂ। ਇਹਦੇ ਪਿੱਛੇ ਬਹੁਤ ਲੰਬੀ ਲੜਾਈ ਹੈ, ਤਕਰੀਬਨ 2000 ਸਾਲਾਂ ਦੀ ਲੜਾਈ, ਜਦੋਂ ਮਹਾਨ ਰੋਮਨ ਸਾਮਰਾਜ ਹੋਇਆ ਕਰਦਾ ਸੀ। ਰੋਮਨ ਸਾਮਰਾਜ ਤੋਂ ਲੈ ਕੇ ਅੱਜ ਤੱਕ ਦੀ ਜਿਹੜੇ ਰਾਜੇ ਮਹਾਰਾਜਾਵਾਂ ਤੋਂ ਮਨੁੱਖ ਨੇ ਜਿੱਤ ਕੇ ਜਿਹੜੀ ਲੜਾਈ ਹਾਸਿਲ ਕੀਤੀ, ਜਿਹੜੇ ਅਧਿਕਾਰ ਹਾਸਿਲ ਕੀਤੇ, ਉਸ ਦੇ ਵਿੱਚ ਕਈ ਮਹਾਨ ਥਿੰਕਰ ਜਿਨ੍ਹਾਂ ਵਿੱਚੋਂ ਹੋਬਸ ਦਾ ਨਾਮ ਆ ਜਾਂਦਾ, ਮੈਕਾਵਲੀ, ਅਰਿਸਟੋਟਲ ਜਿਸ ਨੇ ਅਰਸਤੂ ਦਾ ਗੁਰੂ ਸੀਗਾ, ਪਲੇਟੋ ਦਾ ਚੇਲਾ ਅਰਸਤੂ ਸੀਗਾ, ਤੇ ਪਲੇਟੋ ਦਾ ਜਿਹੜਾ ਗੁਰੂ ਸੀ ਅਰਸਤੂ, ਜਿਸ ਨੇ ਸੱਚਾਈ ਖਾਤਰ ਜ਼ਹਿਰ ਪੀ ਲਿਆ ਸੀ, ਉਹ ਵੀ ਅਧਿਕਾਰਾਂ ਦੇ ਨਾਲ ਹੀ ਸੰਬੰਧਿਤ ਸੀ। ਇੰਨੇ ਹਜ਼ਾਰਾਂ ਸਾਲਾਂ ਦੀ ਲੜਾਈ ਤੋਂ ਬਾਅਦ ਇੱਕ ਸੱਭਿਅ ਦੇਸ਼ ਬਣੇ। ਉਹ ਸੱਭਿਅ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਆਪਾਂ ਨੂੰ ਕੁਝ ਅਧਿਕਾਰ ਦਿੱਤੇ ਗਏ, ਜਿਨ੍ਹਾਂ ਨੂੰ ਆਪਾਂ ਫੰਡਾਮੈਂਟਲ ਰਾਈਟਸ ਯਾਨੀ ਕਿ ਮੌਲਿਕ ਅਧਿਕਾਰਾਂ ਦੇ ਨਾਮ ਤੋਂ ਜਾਣਦੇ ਹਾਂ। ਇਹ ਮੌਲਿਕ ਇਸ ਕਰਕੇ ਨੇ ਕਿਉਂਕਿ ਇਹ ਇੰਨੇ ਮੌਲਿਕ ਨੇ ਜਿਨ੍ਹਾਂ ਤੋਂ ਬਗੈਰ ਤੁਹਾਡਾ ਹੋਣਾ ਨਾ ਹੋਣਾ ਸੰਭਵ ਨਹੀਂ। For example, you all got, being a human, right, you all got the right to treat in nice manner or to speak or to think। ਜੇ ਇਹ ਅਧਿਕਾਰ ਤੁਹਾਡੇ ਕੋਲ ਨਾ ਹੋ ਕਿ ਤੁਸੀਂ ਸੋਚ ਨਾ ਸਕੋ, ਤੁਸੀਂ ਬੋਲ ਨਾ ਸਕੋ, ਤੇ ਤੁਸੀਂ ਆਪਣੇ ਆਪ ਨੂੰ ਵਿਅਕਤ ਨਾ ਕਰ ਸਕੋ, ਤੇ ਤੁਹਾਡੀ ਜ਼ਿੰਦਗੀ ਹੋਏਗੀ ਸਾਡੇ ਨਾਲ। ਜੇ ਐਜ਼ ਏ ਹਿਊਮਨ ਬੀਇੰਗ ਆਪਣੇ ਕੋਲ ਅਧਿਕਾਰ ਨਾ ਹੋ, ਮੌਲਿਕ ਅਧਿਕਾਰ ਕੀ ਹੁੰਦੇ ਨੇ, ਫੰਡਾਮੈਂਟਲ ਰਾਈਟਸ ਕੀ ਹੁੰਦੇ ਨੇ, ਪਤਾ ਚੱਲ ਗਿਆ। ਹੁਣ ਮੈਂ ਜ਼ਿਆਦਾ ਹਿਸਟਰੀ ਦੇ ਵਿੱਚ ਨਹੀਂ ਜਾ ਰਿਹਾ, ਕਿਉਂਕਿ ਜੇ ਮੈਂ ਹਿਸਟਰੀ ਦੇ ਵਿੱਚ ਚਲਾ ਗਿਆ ਇਹ ਲੈਕਚਰ ਇੰਨਾ ਕੁ ਲੰਬਾ ਹੋ ਜਾਏਗਾ, ਇਹ ਪਹਿਲੇ ਬਹੁਤ ਲੰਬਾ ਆਲਰੇਡੀ। ਠੀਕ ਹੈ, ਹੁਣ ਮੈਂ ਇਸ ਨੂੰ ਸ਼ੁਰੂ ਕਰਨ ਲੱਗਾ, ਮੇਨ ਮੁੱਦੇ ਦੇ ਉੱਤੇ ਆਉਣਾ। ਮੈਂ ਬਹੁਤ ਹੀ ਲੰਬੀ ਛੋਟੀ ਕਹਾਣੀਆਂ ਮੇਰੇ ਕੋਲ ਬਹੁਤ ਨਹੀਂ, ਮੈਂ ਇੱਧਰ ਉੱਧਰ ਜਾਣ ਦੀ ਬਜਾਏ ਮੈਂ ਮੇਨ ਮੁੱਦੇ ਦੇ ਉੱਤੇ ਆਉਣਾ। ਪਰ ਮੈਂ ਮੁੱਦੇ ਤੇ ਆਉਣ ਤੋਂ ਪਹਿਲਾਂ, ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੂੰਗਾ। wherever you feel, wherever there is a fire in your beautiful young mind, you must ask it। ठीक है, कोई थोड़े पे नहीं हंसेगा, that's my promise, because at the end of the day we are going laugh together rather than laughing on each other। understood? so right ਦੇ ਬਾਰੇ ਆਪਾਂ ਸ਼ੁਰੂ ਕਰ ਰਹੇ ਹਾਂ। ਰਾਈਟ ਰਾਜੀ ਬੇਸਿਕਲੀ ਅਮਰੀਕਨ ਕਨਸਟੀਟਿਊਸ਼ਨ ਬਣਿਆ ਫਿਲਾਡੈਲਫੀਆ ਜੋਰਜ ਵਾਸ਼ਿੰਗਟਨ ਦੀ ਅਗਵਾਈ ਦੇ ਵਿੱਚ। 13 ਬਸਤੀਆਂ ਨੇ ਅੰਟਾਰਕਟਿਕਾ ਮਹਾਸਾਗਰ ਦੇ ਤਟ ਦੇ ਉੱਤੇ ਵਸੀਆਂ ਹੋਈਆਂ ਨੇ। ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕਰਤਾ ਕਿ ਅਸੀਂ ਤੁਹਾਨੂੰ ਟੈਕਸ ਨਾ ਦੇਵਾਂਗੇ, ਉਹਦੀ ਅਗਵਾਈ ਕਰ ਰਿਹਾ ਸੀ ਜੋਰਜ ਵਾਸ਼ਿੰਗਟਨ ਦੀ ਅਗਵਾਈ ਦੇ ਵਿੱਚ ਸੁਤੰਤਰਤਾ ਸੰਗਰਾਮ ਦਾ ਸਕਸੈਸਫੁਲ ਯੁੱਧ ਲੜਿਆ ਗਿਆ। ਅਮਰੀਕਾ ਨੇ ਆਪਣੇ ਆਪ ਨੂੰ ਆਜ਼ਾਦ ਡਿਕਲੇਅਰ ਕਰਤਾ 1776 ਦੇ ਵਿੱਚ, 1776 ਦੇ ਵਿੱਚ। ਉਸ ਤੋਂ ਬਾਅਦ ਇੱਕ ਲੰਬਾ ਸੰਗਰਾਮ ਹੋਇਆ ਤੇ ਅਲਟੀਮੇਟਲੀ ਅਮਰੀਕਾ ਅੰਗਰੇਜ਼ਾਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਇਆ। ਠੀਕ ਹੈ, ਅਮਰੀਕਾ ਅੰਗਰੇਜ਼ਾਂ ਨੂੰ ਜਿਵੇਂ ਹਰਾ ਦਿੰਦਾ, ਉਸ ਤੋਂ ਮੁੜ ਕੇ ਉਹਨਾਂ ਦਾ ਇੱਕ ਪ੍ਰਕਾਰ ਨਾਲ ਸੰਵਿਧਾਨ ਬਣਾਉਣ ਦਾ ਕੰਮ ਚੱਲਦਾ ਹੈ। ਉਹ ਸੰਵਿਧਾਨ ਬਣਾਉਂਦੇ ਨੇ ਬਹੁਤ ਸੁੰਦਰ, ਪਰ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗ ਗਈ ਸੀ ਕਿ ਜੇ ਇਹ 13 ਛੋਟੀਆਂ ਬਸਤੀਆਂ, ਛੋਟੇ ਰਾਜ ਇਕੱਠੇ ਮਿਲ ਕੇ ਰਹੇ ਤੇ ਕੱਲ ਨੂੰ ਕੋਈ ਹੋਰ ਆ ਕੇ ਆਪਾਂ ਦੁਬਾਰਾ ਗੁਲਾਮ ਨਹੀਂ ਬਣਾਏਗਾ। ਜੇ ਅਲੱਗ-ਅਲੱਗ ਰਹੇ ਤੇ ਕੱਲ ਨੂੰ ਫਿਰ ਕੋਈ ਆ ਜਾਏਗਾ। ਸੋ ਅਲਟੀਮੇਟਲੀ 1783 ਦੇ ਵਿੱਚ ਫਿਲਾਡੈਲਫੀਆ ਕਨਵੈਨਸ਼ਨ ਹੁੰਦੀ ਹੈ, ਉਹਨਾਂ ਦਾ ਸੰਵਿਧਾਨ ਬਣਦਾ ਹੈ, ਉਸ 89 ਦੇ ਵਿੱਚ ਲਾਗੂ ਹੁੰਦਾ ਹੈ ਤੇ ਉਸ ਤੋਂ ਮੁੜ ਕੇ ਉਹਨਾਂ ਦੀ ਪਹਿਲੀ 9 ਸੰਵਿਧਾਨਿਕ ਸੰਸ਼ੋਧਨਾਂ ਹੁੰਦੀਆਂ ਨੇ। ਯਾਦ ਰੱਖਿਓ 250 ਸਾਲ ਤੋਂ ਬਾਅਦ ਵਿੱਚ ਅਮਰੀਕੀ ਸੰਵਿਧਾਨ ਦੇ ਵਿੱਚ ਸਿਰਫ 26 ਸੰਵਿਧਾਨਿਕ ਸੰਸ਼ੋਧਨਾਂ ਹੋਈਆਂ ਨੇ। ਉਹਨਾਂ ਵਿੱਚੋਂ 9 ਪਹਿਲੀ 4 ਸਾਲਾਂ ਦੇ ਵਿੱਚ ਹੋ ਗਈਆਂ ਸੀ, 5 ਸਾਲਾਂ ਦੇ ਵਿੱਚ ਹੋ ਗਈਆਂ ਸੀ। 9ਵੀਂ ਸੰਵਿਧਾਨਿਕ ਸੰਸ਼ੋਧਨ ਸੀ ਜਿਸ ਨੂੰ ਆਪਾਂ ਬਿੱਲ ਆਫ ਰਾਈਟਸ ਕਹਿ ਦਿੰਦੇ ਹਾਂ। ਬਿੱਲ ਆਫ ਰਾਈਟਸ ਬੇਸਿਕਲੀ ਜਿਸ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ, ਪੂਰਾ ਸਭਿਅ ਸਮਾਜ, ਜਿੱਥੇ ਵੀ ਸਮਾਜਿਕ ਵਿਅਕਤੀ ਰਹਿੰਦੇ ਨੇ ਤੇ ਜਿਹੜੇ ਬੜੇ ਸਭਿਅ ਹੁੰਦੇ ਨੇ, ਜਿਹੜੇ ਜੰਗਲੀ ਨਹੀਂ ਹੁੰਦੇ, ਉਹ ਸਭਿਅ ਸਮਾਜ ਦੀ ਪਹਿਚਾਣ ਹੀ ਹੁੰਦੀ ਹੈ ਕਿ ਆਪਣੇ ਨਾਗਰਿਕਾਂ ਨੂੰ ਲਿਖਤ ਦੇ ਵਿੱਚ ਕੁਝ ਅਧਿਕਾਰ ਦਿੰਦੇ ਨੇ। ਇਹਨਾਂ ਅਧਿਕਾਰਾਂ ਦਾ ਸਭ ਤੋਂ ਪਹਿਲਾ ਸਰੂਪ ਆਪਾਂ ਨੂੰ ਦੇਖਣ ਨੂੰ ਮਿਲਿਆ ਬਾਅਦ ਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਆਇਜ਼ਨਹਾਵਰ ਦੀ ਬੀਵੀ, ਜਿਹੜੀ ਵਿਡੋ ਸੀਗੀ, ਇਲੀਨੋਰ ਡੀ ਰੂਜ਼ਵੈਲਟ ਆਇਜ਼ਨਹਾਵਰ। ਇਹ ਜਿਹੜੀ ਬੇਸਿਕਲੀ ਲੇਡੀ ਸੀ, ਉਸ ਨੇ
ਬਾਅਦ ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਯੂਨਾਈਟਿਡ ਨੇਸ਼ਨ ਆਫ ਹਿਊਮਨ ਰਾਈਟ ਆਫ ਡਿਕਲੇਰੇਸ਼ਨ ਦੀ ਵੀ ਸ਼ੁਰੂਆਤ ਕੀਤੀ, ਜਿਸ ਨੂੰ ਹਰ ਸਾਲ ਆਪਾਂ 10th of December 1948 ਤੋਂ ਬਾਅਦ ਹਰ ਸਾਲ 10th of December ਨੂੰ ਆਪਾਂ ਬਣਾਉਂਦੇ ਹਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਨਾਮ ਤੋਂ। ਸੋ ਇਹਨਾਂ ਦੋਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸੰਵਿਧਾਨ ਦੇ ਵਿੱਚ ਇੱਕ ਭਾਗ ਰੱਖਿਆ ਗਿਆ ਜਿਸ ਨੂੰ ਆਪਾਂ ਮੌਲਿਕ ਅਧਿਕਾਰਾਂ ਦਾ ਚੈਪਟਰ ਕਹਿ ਦਿੰਦੇ ਹਾਂ। ਭਾਰਤੀ ਸੰਵਿਧਾਨ ਦੇ ਭਾਗ ਤੀਜੇ the third part of Indian Constitution from article number 12 to article number 32। ਭਾਰਤੀ ਸੰਵਿਧਾਨ ਦੇ ਭਾਗ ਤੀਜੇ ਅਨੁਛੇਦ 12 ਤੋਂ 32 ਦੇ ਵਿਚਕਾਰ ਕੁਝ ਮੌਲਿਕ ਅਧਿਕਾਰਾਂ ਦਾ ਵਰਣਨ ਆਪਣੇ ਲਈ ਕੀਤਾ ਗਿਆ। ਹੁਣ 12-13 ਦੇ ਵਿੱਚ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ, ਉਹਦੇ ਵਿੱਚ ਡਿਫਾਈਨ ਕੀਤਾ ਗਿਆ ਕਿ what state is all about। ਆਰਟੀਕਲ ਨੰਬਰ 32 ਤੋਂ ਬਾਅਦ 33, 34, 35 ਤੇ 36 ਦੇ ਵਿਚਕਾਰ ਨਹੀਂ 33, 34 ਤੇ 35 ਤਿੰਨ ਮੌਲਿਕ ਆਰਟੀਕਲਸ ਦੇ ਵਿਚਕਾਰ ਕੁਝ ਅਧਿਕਾਰ ਵਾਪਸ ਲਏ ਗਏ। ਕਿਹਨਾਂ ਤੋਂ? ਉਹਨਾਂ ਲੋਕਾਂ ਤੋਂ ਜਿਹੜੇ ਡਿਫੈਂਸ ਫੋਰਸਸ ਦੇ ਵਿੱਚ ਨੇ। ਬਾਕੀ 14 ਤੋਂ 32 ਦੇ ਵਿਚਕਾਰ ਜਿਹੜੇ ਅਧਿਕਾਰ ਨੇ ਉਹ ਨਾਗਰਿਕਾਂ ਨੂੰ, ਆਮ ਨਾਗਰਿਕਾਂ ਨੂੰ, ਤੁਹਾਡੇ ਵਰਗਿਆਂ ਨੂੰ, ਮੇਰੇ ਵਰਗਿਆਂ ਨੂੰ, ਸਾਰਿਆਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ। ਉਹਨਾਂ ਨੂੰ ਕੁਝ ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾਂ 44th ਕਨਸਟੀਟਿਊਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਇਹ 7 ਪ੍ਰਕਾਰ ਦੇ ਮੌਲਿਕ ਅਧਿਕਾਰ ਆਪਾਂ ਨੂੰ ਸੀਗੇ, ਪਰ ਇੱਕ ਦੇ ਵਿੱਚ ਬਹੁਤ ਜ਼ਿਆਦਾ ਵਿਵਾਦ ਹੋਇਆ ਜਿਸ ਨੂੰ ਚੱਕ ਕੇ ਬਾਅਦ ਦੇ ਵਿੱਚ ਪਰਾ ਮਾਰਿਆ ਗਿਆ 44ਵੀਂ ਸੰਵਿਧਾਨ ਸੰਸ਼ੋਧਨ ਦੇ ਵਿੱਚ, ਤੇ ਉਸ ਤੋਂ ਬਾਅਦ ਇਹਦੇ ਵਿੱਚ ਰਹਿ ਗਏ 6 ਪ੍ਰਕਾਰ ਦੇ ਸੰਵਿਧਾਨ ਸੰਸ਼ੋਧਨ। ਠੀਕ ਹੈ, 6 ਪ੍ਰਕਾਰ ਦੇ ਮੌਲਿਕ ਅਧਿਕਾਰ। ਹੁਣ ਇਹ 6 ਪ੍ਰਕਾਰ ਦੇ ਕਿਹੜੇ-ਕਿਹੜੇ ਅਧਿਕਾਰ ਹੈ, ਕੋਈ ਮੈਨੂੰ ਦੱਸ ਸਕਦਾ ਹੈ? ਐਨੀਬਡੀ? ਜਿਹੜਾ ਐਨੀਥਿੰਗ ਜੋ ਤੱਕ ਪਾਰਟੀ जो पता है बेटे वो बोलो। ਕਾਂਜੀ ਰਹਿ शाबाश। ਕਿਹੜੇ-ਕਿਹੜੇ ਮੌਲਿਕ ਅਧਿਕਾਰ ਹੈ ਤੁਹਾਡੇ ਕੋਲੇ? ਰਾਈਟ ਟੂ ਐਜੂਕੇਸ਼ਨ, Sir, voting। that's beautiful। ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, but I'm really thankful to you guys that you have a great ideas. It's also a hard work of your teachers at the end of the day and your curiosity, of course it's your curiosity, right? ਹੁਣ ਚਾਹੇ ਤੁਸੀਂ +2 ਤੋਂ ਬਾਅਦ LLB ਕਰੋ, ਚਾਹੇ UPSC, PPSC, ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਾਓ ਜਾਂ ਸਿਵਲ ਸਰਵੈਂਟ ਬਣੋ, ਚਾਹੇ ਕੁਝ ਵੀ ਨਾ ਹੋ ਬਣੋ, ਇਨਸਾਨ ਤਾਂ ਬਣੋਗੇ ਨਾ, ਰੋਜੀ ਰੋਟੀ ਤਾਂ ਕਮਾਓਗੇ ਨਾ। ਤੁਹਾਨੂੰ ਐਂਡ ਆਫ ਦ ਡੇ ਤੇ ਇੱਕ ਚੀਜ਼ ਦੀ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਮੈਥਮੈਟਿਕਸ ਦੇ ਵਿੱਚ PhD ਹੋ ਜਾਓ, ਮਾਈਕਰੋਬਾਇਓਲੋਜੀ, ਨਿਊਰੋਬਾਇਓਲੋਜੀ ਜਾਂ ਨਿਊਰੋਮੈਟਿਕ ਸਾਇੰਸ ਦੇ ਵਿੱਚ ਤੁਸੀਂ PhD ਕਰਦੇ ਹੋ, ਉਹ ਵੀ ਉਨੀ ਮਹੱਤਵਪੂਰਨ ਹੈ ਜਿੰਨੇ ਤੁਹਾਨੂੰ ਇਹ ਪਤਾ ਹੋਣਾ ਕਿ ਸਾਡੇ ਮੌਲਿਕ ਅਧਿਕਾਰ ਕੀ ਨੇ। ਇਹ ਇੰਨਾ ਜ਼ਰੂਰੀ ਹੈ ਕਿ ਹਰ ਨਾਗਰਿਕ ਨੂੰ, ਕਿਉਂਕਿ sooner or later you are going to be turned on 18 and you are going to be adult, and after getting adult you will be going to be a citizen of this beautiful country, right? So you are going to be future, you are going to be the citizen of this country, and being a citizen of country you are entitled to get certain fundamental rights which are basically very fundamental to your growth, to your prosperity, to your being a person, being a citizen. So we are going to start the lecture with describing the type of fundamental rights we have in Indian Constitution under various articles, under various parts, right? So first of all we have a right to equality. पहला है समानता दा अधिकार। जी this is from article number 14 to 18, 14 ਤੋਂ 18 ਦੇ ਵਿਚਕਾਰ ਆਪਾਂ ਨੂੰ ਸਮਾਨਤਾ ਦਾ ਅਧਿਕਾਰ ਮਿਲੇਗਾ। ਉਸ ਤੋਂ ਮੁੜ ਕੇ ਆਪਾਂ ਨੂੰ ਮਿਲੇਗਾ ਰਾਈਟ ਟੂ ਫਰੀडम, ਸੁਤੰਤਰਤਾ ਦਾ ਅਧਿਕਾਰ। ਇਹ ਮਿਲੇਗਾ ਆਪਾਂ ਨੂੰ 19 ਤੋਂ 22 ਦੇ ਵਿਚਕਾਰ। ਬਹੁਤ ਹੀ ਖੂਬਸੂਰਤ ਹੈ ਜੀ, ਜੇ ਆਪਾਂ ਅੱਜ ਜਿੰਦਾ ਹਾਂ ਨਾ ਇਸੇ ਕਰਕੇ। ਨਹੀਂ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜਾ ਦਾ ਸਭ ਨੂੰ ਪਤਾ ਹੁੰਦਾ ਸੀ। ਰਾਜੇ ਦਾ ਫਾਰਮੂਲਾ ਬੇਸਿਕਲੀ ਕੀ ਸੀ? ਜੋ ਰਾਜਾ ਸਾਹਿਬ ਨੇ ਬੋਲਤਾ वही जाए, जो बोल दिया वही कानून। राजा साहब का सुबह सुबह मन बना कि नहीं भाई आज तो मैं तलवार दोनों हाथों में लेके जाऊंगा, सड़क पे घुमाऊंगा, जो आ गया। अब मैं जा रहा हूँ, राजा साहब आ रहे हैं, तो राजा साहब की तलवार और मेरी गर्दन, अब कल को मेरी गर्दन होगी। तो ऐसा हुआ है। इवन अभी भी हो रहा है। नॉर्थ कोरिया के अंदर देख लो, चाइना के अंदर देख लो, दुनिया में अभी भी हो रहा है। एंड इवन कि तुम लोग ये देख लो कि नरसंहार के नाम पे दुनिया में ऐसे ऐसे लोग भी हुए जिन्होंने एक विशेष प्रजाति को खत्म कर दिया। मेरी कास्ट जाट है, मैं शुरान हूँ, मुझे लगता है कि ये फलानी कास्ट वाले मेरे दुश्मन है, मैं कल को पावर में आए उठा के मैंने सबको मार दिया। ऐसा भी हुआ। सो अधिकारों की लड़ाई है बहुत लंबी है, बहुत लंबा संघर्ष है, तब जाके हमें मिले जो आज हमने
ਹਾਸਿਲ ਹੈ। ਜਿਵੇਂ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਨੇ ਆਪਦੇ ਛੋਟੇ ਜਵਾਕ ਨੂੰ, ਵੈਸੇ ਛੋਟਾ ਤਾਂ ਨਹੀਂ ਹੈ ਉਹ, ਹੈਨਾ, ਪਰ ਉਹ ਕਹਿੰਦੇ ਹੁੰਦੇ ਨੇ ਕਿ ਵੀ ਤੁਸੀਂ ਕਿਹੜਾ ਡਾਂਗਾ ਖਾਈਆਂ ਨੇ, ਤੁਸੀਂ ਕਿਹੜਾ ਜੇਲ੍ਹ ਦੇ ਵਿੱਚ ਰਹੇ ਹੋ। ਜਿਹੜੇ ਜੇਲ੍ਹ ਦੇ ਵਿੱਚ ਰਹੇ ਨੇ, ਜਿਹਨਾਂ ਨੇ ਡਾਂਗਾ ਖਾਈਆਂ ਨੇ, ਉਹਨਾਂ ਨੂੰ ਪਤਾ ਹੈ ਕਿ ਵੀ ਵੋਟ ਆਫ ਰਾਈਟ ਕੀ ਹੁੰਦੇ ਨੇ, ਅਧਿਕਾਰ ਕੀ ਹੁੰਦੇ ਨੇ। ਠੀਕ ਹੈ, ਸੋ ਇਹਦੇ ਬਾਰੇ ਆਪਾਂ ਡਿਟੇਲ ਦੀ ਚਰਚਾ ਕਰਾਂਗੇ, ਬਾਕੀ ਤਾਂ ਅੱਗੇ ਪਿੱਛੇ ਹੋ ਜਾਏਗਾ, ਕਿਉਂਕਿ ਇਹ ਦੇਖੋ ਵੈਸੇ 6 ਦਿਨਾਂ ਦਾ ਟੌਪਿਕ ਹੈ, ਕਿਵੇਂ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ। ਠੀਕ ਹੈ, ਦੈਨ ਥਰਡ ਰਾਈਟ ਆਪਣੇ ਕੋਲੇ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਅਗੇਂਸਟ ਐਕਸਪਲੋਇਟੇਸ਼ਨ, ਐਕਸਪਲੋਇਟੇਸ਼ਨ ਦਾ ਮਤਲਬ ਹੁੰਦਾ ਹੈ ਇੱਕ ਪ੍ਰਕਾਰ ਦਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਹ ਆਪਾਂ ਨੂੰ ਮਿਲਦਾ ਹੈ ਅੰਡਰ ਆਰਟੀਕਲ ਨੰਬਰ 23, ਅੰਡਰ ਆਰਟੀਕਲ 24। ਇਹਦੇ ਵਿੱਚ ਹਿਊਮਨ ਟ੍ਰੈਫਿਕਿੰਗ ਐਂਡ ਚਾਈਲਡ ਲੇਬਰ ਨੂੰ ਵੀ ਪ੍ਰੋਹਿਬਿਟ ਕੀਤਾ ਗਿਆ ਹੈ, ਨਿਸ਼ੇਧ ਕੀਤਾ ਹੈ। ਠੀਕ ਹੈ, then we have a right to religious freedom। religious freedom ਇਹ ਹੈ ਆਪਣਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ from article number 25 to 28। 25 ਤੋਂ 28 ਤੱਕ। then we have a right of cultural and educational freedom। educational freedom under article number 29 and 30। then we have a right of constitutional remedies। संवैधानिक उपचारों का अधिकार, right of constitutional remedies। ये है अपने कोले under article number 32। राइट टू प्रॉपर्टी ਨੂੰ ਕੱਢ ਕੇ ਇਹ 6 ਅਧਿਕਾਰ ਆਪਣੇ ਕੋਲ। ਇਹਨਾਂ ਦਾ ਆਪਾਂ ਥੋੜਾ ਵੇਰਵਾ ਉਸ ਹਿਸਾਬ ਨਾਲ ਦੇਖ ਲਈਏ। ਦੇਖੋ ਦੁਨੀਆ ਦੇ ਵਿੱਚ ਇੱਕ ਤੁਸੀਂ ਮੂਵੀ ਦੇਖੀ ਹੈ, ਹਿੰਦੀ ਮੂਵੀ ਹੈ, ਜੌਨ ਅਬਰਾਹਮ ਦੀ, ਸੰਜੇ ਦੱਤ ਦੀ, ਇਵਨ ਦੋ ਇਟਸ ਹਾਲੀਵੁੱਡ ਰੀਮੇਕ। ਮੈਂ ਮੂਵੀ ਦਾ ਇਸ ਕਰਕੇ ਮੈਂ ਇਹ ਨੋਟ ਸੁਜੈਸਟਿੰਗ ਯੂ ਟੂ ਵਾਚ ਦ ਮੂਵੀ, ਬਟ ਜਿਹੜਾ ਸਾਹਿਤ ਹੁੰਦਾ ਹੈ ਤੇ ਜਿਹੜਾ ਸਿਨੇਮਾ ਹੁੰਦਾ ਹੈ ਉਹ ਸਮਾਜ ਦਾ ਦਰਪਣ ਹੁੰਦਾ ਹੈ। ਜੋ ਸਮਾਜ ਦੇ ਵਿੱਚ ਚੱਲ ਰਿਹਾ ਹੈ ਉਹੀ ਦਿਖਾਉਂਦਾ ਹੈ ਸਾਹਿਤ, ਤੇ ਉਹੀ ਦਿਖਾਉਂਦਾ ਹੈ ਸਿਨੇਮਾ। ਤੁਸੀਂ ਦੇਖੋ ਪਰ ਉਹਦੇ ਵਿੱਚ ਚੰਗੀਆਂ ਚੀਜ਼ਾਂ ਨੇ ਉਹ ਦੇਖਣਾ, ਮੈਂ ਉਸ ਨੂੰ ਪ੍ਰਮੋਟ ਨਹੀਂ ਕਰ ਰਿਹਾ। ਇੱਕ ਮੂਵੀ ਹੈ ਜ਼ਿੰਦਾ ਮੂਵੀ, जॉन अब्राहम संजय दत्त की मूवी है, देखी किसी ने? जिंदा नहीं देखी? कोई देखो, तुम करते क्या हो, पढ़ते तुम हो नहीं, मूवी तुम देखते नहीं हो, करते क्या हो तुम? है बेसिकली वो एक सिंपल जी स्टोरी है। जॉन अब्राहम भी संजय दत्त ਦੇ ਨਾਲ ਥੋੜੀ ਜੀ ਖਿੱਚਤਾਣ ਹੁੰਦੀ ਹੈ, ਨਾਰਮਲੀ ਹਿਊਮਨ ਬੀਇੰਗਸ ਦੀ ਤਰ੍ਹਾਂ ਕਿਸੇ ਨਾਲ ਵੀ ਹੋ ਜਾਂਦੀ, ਆਪਣੀ ਦਿਨ ਚ 10-20 ਨਾਲ ਹੁੰਦੀ ਹੈ, ਵਰਬਲੀ ਆਰਗੂਮੈਂਟਸ। ਅਲਟੀਮੇਟਲੀ ਸੰਜੇ ਦੱਤ ਇੰਨੀ ਖੁਨਸ ਖਾ ਜਾਂਦਾ ਹੈ ਕਿ ਉਸ ਨੂੰ ਚੱਕ ਕੇ ਇੱਕ 10x10 ਦੇ ਰੂਮ ਦੇ ਵਿੱਚ ਕੈਦ ਕਰ ਦਿੰਦਾ ਹੈ। ਤੇ ਗਨੀਮਤ ਮਾਨੋ ਕਿ ਇਹੋ ਜਿਹਾ ਕਮਰਾ ਜਿਸ ਦਾ ਚਾਰੇ ਮਤਲਬ ਫਰਸ਼, ਛੱਤ ਤੇ ਚਾਰੇ ਪਾਸੇ ਸਿਰਫ ਵਾਈਟ ਕਲਰ ਹੈ, ਕੁਝ ਨਹੀਂ ਹੈ ਉੱਤੇ, ਸਿਰਫ ਇਹੋ ਜਿਹਾ ਕਮਰਾ 10x10 ਦਾ ਜਿੱਥੇ ਚਾਰੇ ਪਾਸੇ ਸਿਰਫ ਵਾਈਟ ਕਲਰ ਹੈ। ਉਸ ਦੇ ਵਿੱਚ ਉਸ ਨੂੰ 14 ਸਾਲ ਤੱਕ ਕੈਦ ਰੱਖਿਆ ਜਾਂਦਾ ਹੈ। ਨਾ ਕਿਸੇ ਨਾਲ ਬੋਲਣਾ, ਨਾ ਇੰਟਰਨੈਟ, ਨਾ ਫੋਨ, ਨਾ ਪੜ੍ਹਾਈ, ਨਾ ਕਿਤਾਬ, ਕੁਝ ਨਹੀਂ। ਖਾਣ ਨੂੰ 2 ਟਾਈਮ ਖਾਣਾ ਮਿਲਦਾ ਬਸ। ਤੁਸੀਂ ਉਸ ਬੰਦੇ ਦੀ ਮਾਨਸਿਕ ਹਾਲਤ ਦੇਖੋ ਕਿਹੋ ਜਿਹੀ ਹੈ। ਸੋ ਮਨੁੱਖ ਜਿਹੜਾ ਹੈ ਨਾ, ਹਿਊਮਨ ਬੀਇੰਗਸ ਜਿਹੜੇ ਨੇ, ਉਹ 2 ਚੀਜ਼ਾਂ ਨੂੰ ਲੈ ਕੇ ਬੜੇ ਸੈਂਸਿਟਿਵ ਨੇ, ਬਹੁਤ ਹੀ ਜ਼ਿਆਦਾ ਸੈਂਸਿਟਿਵ। ਉਹਨਾਂ ਦੇ ਉੱਤੇ ਜੇ ਕੋਈ ਕੁਐਸਚਨ ਮਾਰਕ ਗੱਲਾਂ ਦੇ ਉੱਤੇ ਵੀ ਲਾ ਦੇਣਾ, ਵੀ ਬਿਕਮ ਅਗਰੈਸਿਵ। ਕਿਹੜੇ 2 ਮੁੱਦੇ ਨੇ? ਇੱਕ ਸਮਾਨਤਾ, human beings have a greatest desire to be treated equal in equal opportunistic manner only। for example you all are equal। अब मैं अगर किसी के साथ पार्शियलिटी करूंगा, मैं एक के साथ करूंगा, बाकी सबको मन में बुरा लगेगा, बोले या ना बोले। मुझे भी लगता है कि भाई ऐसा क्या था कि हमें इक्वल क्यों नहीं ट्रीट किया। so equality and freedom, those are the 2 important things which are makes the human integrity and dignity in a greater manner। so equality ਦਾ ਸਿਧਾਂਤ ਆਪਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 14 ਤੋਂ ਆਰਟੀਕਲ ਨੰਬਰ 18 ਦੇ ਵਿਚਕਾਰ। ਹੁਣ ਆਰਟੀਕਲ ਨੰਬਰ 14 ਤੋਂ 18 ਦੇ ਵਿਚਕਾਰ 5 ਰਾਈਟ ਆਪਾਂ ਨੂੰ ਦਿੱਤੇ ਗਏ ਨੇ। ਕਾਨੂੰਨ ਦੇ ਸਾਹਮਣੇ ਸਮਾਨਤਾ, ਕਿਸੇ ਪ੍ਰਕਾਰ ਦੀ ਭੇਦਭਾਵ ਦੀ ਮਨਾਹੀ, ਕਿਸੇ ਪ੍ਰਕਾਰ ਦੀ ਅਨਟੱਚੇਬਿਲਟੀ, ਛੂਆ-ਛੂਤ ਨੂੰ ਮਨਾਹੀ ਕਰਨ ਦੀ, ਤੇ ਅਲਟੀਮੇਟਲੀ ਕਿਸੇ ਪ੍ਰਕਾਰ ਦੇ ਟਾਈਟਲ ਲਗਾਉਣ ਦੀ ਮਨਾਹੀ। 14, 15, 16, 17 ਤੇ 18 ਇਹ 5 ਅਧਿਕਾਰ ਆਪਾਂ ਨੂੰ ਰਾਈਟ ਟੂ ਇਕੁਐਲਿਟੀ ਦੇ ਵਿੱਚ ਮਿਲਦੇ ਨੇ। ਵੈਸੇ ਤਾਂ ਮੇਰਾ ਬਣਦਾ ਤਾਂ ਬੀਇੰਗ ਅ ਟੀਚਰ ਇਹ ਹੈ ਕਿ ਮੈਂ 5 ਨੂੰ ਡਿਟੇਲ ਦੇ ਵਿੱਚ ਡਿਸਕ੍ਰਾਈਬ ਕਰਾਂ ਤੇ ਉਹਨਾਂ ਦੇ ਉੱਤੇ ਰੋਕਾਂ ਕੀ ਨੇ ਤੇ ਉਹਨਾਂ ਦੇ ਛੋਟਾ ਕੀ ਨੇ। what are the limitations and what are the privileges।
ਉਹ ਵੀ ਐਕਸਪਲੇਨ ਕਰਾਂ, ਬਟ ਡਿਊ ਟੂ ਲੈਕ ਆਫ ਟਾਈਮ ਮੈਂ ਉਹਨਾਂ ਨੂੰ ਡਿਟੇਲ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ। ਮੈਂ ਮੇਨ ਦੱਸਦੇ ਜਿੱਥੇ ਤੁਹਾਡਾ ਕੋਈ ਕੁਐਸਚਨ ਹੁੰਦਾ ਉਸ ਨੂੰ ਉੱਤੇ ਹੀ ਪ੍ਰੈਜ਼ੈਂਟ ਕਰਦੇ, ਮੈਂ ਉਸਦਾ ਆਨਸਰ ਉਨੀ ਡਿਟੇਲ ਦੇ ਨਾਲ ਦੇ ਦਿੰਦਾ। ਇਹ ਪੰਜ ਅਧਿਕਾਰ ਆਪਾਂ ਨੂੰ ਮਿਲ ਗਏ। ਪਹਿਲੇ ਦੇ ਵਿੱਚ ਕਾਨੂੰਨ ਦੇ ਵਿੱਚ ਪ੍ਰਕਾਰ ਨਾਲ ਸਮਾਨਤਾ। ਹੁਣ ਕਿਸਾਬ ਦਾ ਆਪਾਂ ਸਾਰਿਆਂ ਨੇ ਸੁਣਿਆ, ਕਿਸਾਬ ਆਇਆ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦਿਖ ਰਿਹਾ ਕਿ ਉਹ ਹਜ਼ਾਰਾਂ ਲੋਕਾਂ ਨੂੰ ਬੇਤਹਾ ਮਾਰ ਰਿਹਾ ਹੈ। ਹੁਣ ਆਪਾਂ ਉਸ ਤੋਂ ਮੁੜ ਕੇ ਕ੍ਰਿਟੀਸਾਈਜ਼ ਕਰ ਰਹੇ ਹਾਂ ਕਿ ਸਰਕਾਰ ਉਸ ਨੂੰ ਬਿਰਿਆਨੀ ਖਵਾ ਰਹੀ ਹੈ, 2 ਸਾਲ ਤੱਕ ਉਸ ਨੂੰ ਹਾਈਟੈਕ ਸਿਕਿਉਰਿਟੀ ਦੇ ਵਿੱਚ ਰੱਖਿਆ, ਏਸੀ ਦੇ ਵਿੱਚ ਰੱਖਿਆ। ਅਲਟੀਮੇਟਲੀ ਇੱਕ ਸਭ्य ਸਮਾਜ ਦੀ ਨਿਸ਼ਾਨੀ ਹੈ। ਮਨੁੱਖੀ ਜੀਵਨ ਹਿੰਦੂ ਮੈਥੋਡੋਲੋਜੀ ਦੇ ਵਿੱਚ ਕਹਿੰਦੇ ਨੇ, ਪਤਾ ਨਹੀਂ ਕਿੰਨਾ ਸਹੀ ਹੈ ਕਿੰਨਾ ਗਲਤ ਹੈ, ਪਰ ਧਾਰਮਿਕ ਜਿਹੜੀ ਆ ਹਿੰਦੂ ਮੈਥੋਡੋਲੋਜੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮਨੁੱਖੀ ਜੀਵਨ 84 ਲੱਖ ਜੁਨੀਆਂ ਤੋਂ ਬਾਅਦ ਮਿਲਦਾ ਹੈ। ਸੋ ਹਿਊਮਨ ਲਾਈਫ ਜਿਹੜੀ ਹੈ ਬੜੀ ਐਸੈਂਸ਼ੀਅਲ ਹੈ, ਬੜੀ ਇੰਪੋਰਟੈਂਟ ਹੈ। ਉਸ ਨੂੰ ਤੁਸੀਂ ਚਾਹੇ ਉਹ ਕਿੱਡਾ ਹੀ ਵੱਡਾ ਕ੍ਰਿਮੀਨਲ ਕਿਉਂ ਨਾ ਹੋਵੇ, ਇਸ ਸਭ्य ਸਮਾਜ ਹਰ ਬੰਦੇ ਨੂੰ ਕਾਨੂੰਨ ਦੇ ਸਾਹਮਣੇ ਇਕੁਅਲ ਰੱਖੇਗਾ ਤੇ ਤੁਹਾਨੂੰ ਉਨਾ ਚਿਰ ਕ੍ਰਿਮੀਨਲ ਨਹੀਂ ਮੰਨੇਗਾ ਜਿੰਨਾ ਚਿਰ ਤੁਹਾਡੇ ਤੇ ਦੋਸ਼ ਸਾਬਤ ਨਾ ਹੋ ਜਾਵੇ। ਇਹਦਾ ਹਾਲਾਂਕਿ ਬਹੁਤ ਲੋਕ ਫਾਇਦਾ ਵੀ ਉਠਾਉਂਦੇ ਨੇ। ਤੁਸੀਂ ਦੇਖੋ ਜੇ ਭਾਰਤੀ ਸੰਸਦ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੇਦਾ, 19ਵੀਂ ਲੋਕ ਸਭਾ ਚੱਲ ਰਹੀ ਹੈ, 19ਵੀਂ ਲੋਕ ਸਭਾ ਦੇ ਵਿੱਚ ਤਕਰੀਬਨ 50% ਪੀਪਲਸ ਆਰ देयर ਕਿ ਜਿਨ੍ਹਾਂ ਦੇ ਉੱਤੇ ਸੀਰੀਅਸ ਕ੍ਰਾਈਮਸ ਨੇ ਦੇ ਮੁਕੱਦਮੇ ਦਰਜ ਨੇ, ਪਰਚੇ ਦਰਜ ਨੇ, ਲਾਈਕ ਰੇਪ, ਲਾਈਕ ਮਰਡਰ, ਐਕਸਟੋਰਸ਼ਨ ਐਟਸੈਟਰਾ। ਬਟ ਸਟਿਲ they are fighting and they are representing the country, they are representing the nation because under the right to equality they have a fundamental right ਕਿ ਜਿੰਨਾ ਚਿਰ ਸਾਡੇ ਖਿਲਾਫ ਦੋਸ਼ ਸਾਬਤ ਨਾ ਹੋ ਜਾਵੇ ਉਹਨਾਂ ਚਿਰ ਅਸੀਂ ਆਪਣੇ ਆਪ ਉਹਨਾਂ ਚਿਰ ਅਸੀਂ ਦੋਸ਼ੀ ਨਹੀਂ। क्योंकि कानून के सामने सब नु समानता है, चाहे वो राजा है, चाहे वो भिखारी है, चाहे वो रंक है, चाहे प्रधानमंत्री है, चाहे प्रेसिडेंट है, चाहे मतलब एक कॉमन लेग है। ठीक है, इसी प्रकार का छुआछात का खात्मा, छुआछात के रिगार्डिंग पार्लियामेंट्री एक्ट भी पास किए गए, अनटचेबिलिटी एक्ट पास किए गए, प्रोहिबिशन एक्ट पास किया गया ते छुआछूत नू बिल्कुल खत्म कर दिया गया। आज ये परंपरा जी है बिल्कुल खत्म होगी। अदरवाइज आई स्टिल रिमेंबर इन माय ग्रैंड नैनीज होम इन राजस्थान, so we remember even Rajasthan में हाले भी चल रहा है। when I was a kid, when I was there at that particular time अगर मैं अपने दोस्त के साथ खेल के आ जाता था तो मुझे घर पे बाहर बिठाया जाता था, नहलाया जाता था, फिर घर के अंदर डाला जाता था। that's how they treat। ठीक है, अंडर आर्टिकल नंबर 18 के तहत बोला गया कि भाई किसी भी प्रकार की उपाधि जैसे फॉर एग्जांपल मैं तो राजा महाराजा नहीं हूँ, पर सैफ अली खान है, he was नवाब, है ना, नवाब मंसूर पटौदी जो थे, उनके फादर साहब थे, बस ग्रेट क्रिकेटर आल्सो। बट अब वो अपने आप को क्या बोलेंगे, नवाब बोलेंगे, नवाब सैफ अली खान। जैसे ज्योति राजे सिंधिया, ठीक है, जैसे वसुंधरा राजे, शी वाज प्रिंसेस, है ना, ऑफ जयपुर मतलब महाराजा किंगडम। सो अब ऐसे लोग जो अपने नाम के आगे राजा, महाराजा, नवाब, अधिराज इस तरह के शब्द नहीं लगा पाएंगे, टाइटल कोई भी नहीं लगा पाएगा अपने नाम के आगे। इस प्रकार क्यों किया गया, क्योंकि सबकी इक्वलिटी। हाँ, टाइटल 2 प्रकार के लगाए जा सकेंगे, एक तो जो आर्मी के टाइटल मिलते हैं, कर्नल, मेजर, लेफ्टिनेंट, इस तरीके से। दूसरे जो एजुकेशनल टाइटल्स होते हैं लाइक डॉक्टरेट, वो 2 टाइटल लगेंगे, बाकी सब टाइटल खत्म कर दिए गए। इवन कि इसके ऊपर रिट पड़ा बाद में, जो हमारे 3 सिविल अवार्ड्स हैं, हाईएस्ट सिविलियन अवार्ड्स हैं इंडिया के अंदर, जिनको पद्मश्री, पद्म विभूषण एंड भारत रत्न के नाम से जानते हैं, उनको भी बंद कर दिया गया था इसी आर्टिकल के अंदर, जब इस पे सुप्रीम कोर्ट ने सुनवाई की। बाद में सुप्रीम कोर्ट ने अपना ही फैसला बदला और उसके बाद अभी ये चल रहा है कि सिविलियन अवार्ड दिए जाते हैं, पद्म विभूषण, पद्मश्री और भारत रत्न डायरेक्टली फ्रॉम 1995 से चल रहे। ठीक है, सो राइट टू इक्वालिटी क्लियर है? यस सर। यहाँ तक किसी का कोई डाउट, यहाँ तक किसी का कोई क्वेश्चन? Perfect. Then right to freedom, the most important, the soul of this whole constitution. अब 19 के अंदर मैं इसे मतलब बड़ा जितना सिंपल मैं बना सकता हूँ उतना सिंपल बनाऊंगा। 19 के अंदर 6 प्रकार की आजादी मिली, बोलने की, घूमने फिरने की, इंडिया के किसी भी हिस्से में रहने की, अपनी आजादी को व्यक्त करने की, अपने भावों को व्यक्त करने की, अपनी सोच को व्यक्त करने की। ठीक है, इस प्रकार की 6 आजादियां अभी मिली हैं, कोई भी ऑक्यूपेशन चुनने की। बट इन पे कुछ रोके हैं। 6 प्रकार की आजादी में आर्टिकल नंबर 19 के तहत मिलेगी। 19 सब क्लॉज 1, सब क्लॉज 2, सब क्लॉज 3, 4, 5, 6, 7 में जाके राइट टू प्रॉपर्टी था, जिसे बाद में निषेध कर दिया गया, बाद में बंद कर दिया गया। 6 है अभी, तो 6 की 6 राइट्स हमें मिली है, बट उन पे रोक है। फॉर एग्जाम्पल मुझे बोलने का अधिकार है, दैट डजंट मीन कि मैं गालियां देने लगता हूं। मुझे घूमने का अधिकार है, दैट डजंट मीन कि मैं सड़क के बीचों बीच चलने लग जाऊंगा, है ना।
तो वो लिमिटेशन है। अब आपको इंडिया के अंदर कहीं भी घूमने का अधिकार है, बट दैट डजंट मीन कि तुम ट्रेन पे बिना टिकट के सफर करने लग जाओ। तुमसे पूछे तुम बोलो कि नहीं हमें तो घूमने का अधिकार है ना। ऐसा नहीं कि तुम जाके जहाँ पे न्यूक्लियर साइट है, जहाँ पे परमाणु बम बनते, तुम बोलो कि मुझे तो दिखाओ, ऐसा नहीं। तो उन पे कुछ लिमिटेशंस है, रिक्वायर्ड नेसेसरी रिस्ट्रिक्शंस है। इवन कि यू हैव अ राइट टू प्रोटेस्ट, राइट टू स्पीक अंडर दिस आर्टिकल इटसेल्फ। सो ये जो 19 से 22 वाला है ना, ये इतना इंपॉर्टेंट है, चाहे वो बाहरी विदेशी भी आ जाए ना, उसको भी मिलता है, चाहे दुश्मन भी। इसीलिए कसाब में जिंदा रखा, और उसके लिए हमारी बड़ी तारीफ भी होती है पूरी दुनिया के अंदर, चाहे वो क्रिमिनल था, चाहे उसने जो भी हमारे देश के खिलाफ किया, बट एंड ऑफ द डे हमने एक सभ्य देश की तरह, सभ्य नागरिकों की तरह उसको भी अपने पक्ष को रखने का मौका दिया। 19 क्लियर है? 20 पे आ जाओ। अब 20 आर्टिकल एक ऐसा आर्टिकल है, तुम लोग सुनोगे ना हैरान रह जाओगे। आर्टिकल नंबर 20 जो है वो बेसिकली 3 प्रकार के फंडामेंटल राइट्स हमको दिए। कौन कौन से? पहला, खुदा ना खास्ता आपसे कोई क्राइम हो, तो जिस वक्त जो क्राइम हुआ उसकी एक ही बार आपको सजा मिलेगी। ऐसा नहीं कि एक क्राइम के लिए आपको बार बार सजा मिलेगी। पहला अधिकार हमें इसके तहत ये मिला। दूसरा, 20 के सब क्लोज 2 के तहत हमें अधिकार मिला हुआ है कि पुलिस स्टेट इवन कैन नॉट इन्फोर्स यू टू बी ए सेल्फ विक्टिम। यानी कि आप मान के चलो कि पुलिस थर्ड डिग्री का इस्तेमाल करके, दबाव डाल के, आपके घर वालों को उठा के, आपको उधर आके ये नहीं कह सकती कि तुम मंजूर करो कि हाँ भाई क्राइम मैंने किया। आपका कन्फेशन लेने के लिए आपको मंजूर नहीं किया जा सकता। एक और बात, फॉर एग्जाम्पल जैसे मैं इसको सीआरपीसी क्रिमिनल प्रोसीडिंग एक्ट के तहत अगर मिला के मैं इसको पढ़ाता होता हूँ, बेसिकली थोड़ा सा टाइम की वजह से ज्यादा डिटेल में नहीं जाऊंगा। अगर आप पुलिस के अंदर खाने में खुदा ना खास्ता आपसे कुछ हो गया और पुलिस आपसे पूछ रही है कि बता अभी किया कि नहीं किया, तो आप नहीं बता रहे, आपने नहीं किया, पर जिस हिसाब से वो डंडे बरसाते हैं, पटे चलाते हैं, कोई भी हाँ में नहीं किया। अब ये जो पुलिस गवाही लेती है ना, सीआरपीसी क्रिमिनल प्रोसीडिंग एक्ट आर्टिकल नंबर 161, मैं इंडियन कॉन्स्टिट्यूशन की बात नहीं कर रहा, क्रिमिनल प्रोसीडिंग जो लॉर्ड मैकाले ने 1872 के अंदर बनाया था उसकी बात कर रही हूं, जिसके तहत हमारी सारी कानूनी क्राइम व्यवस्था चलती है। उसके आर्टिकल नंबर 161 के तहत हमारी गवाही ली जाती है पुलिस के द्वारा। एंड खुशी की बात पता है क्या है? अगर पुलिस वाला तुम्हें थाने के अंदर बिठा के, जेल के अंदर बिठा के ये भी बोले ना कि भी बोलो कि मैंने कत्ल किया, तो डरना मत। ये बोला कि हाँ बता किस किस का लिख रहा है, मैं लिखित में देता हूँ कि हाँ मैंने इसे कत्ल किया, क्योंकि आर्टिकल नंबर 161 के तहत पुलिस के द्वारा लिया गया कन्फेशन मान्य नहीं होता। कन्फेशन मान्य होता है आर्टिकल नंबर 164 के तहत लिया हुआ, क्योंकि सब मैजिस्ट्रेट लेता है। अब मैजिस्ट्रेट जो लेगा ना, वो ऐसा नहीं कि वो तीर में आपने बोल दिया वो ले लिया, वो पहले तुम लोगों को सारी शर्त एंड कंडीशनें बताएगा, सारा आपका गवाही लेगा। अब अगर आपने वहां पे मान लिया ना, तो आपका कन्फेशन माना। आपने दृश्यम 2 मूवी देखी अजय देवगन की, उसके अंदर मतलब उसकी बच्ची को मतलब डरा धमका के उससे कन्फेंस करा लिया था पुलिस में, जब उसको कोर्ट में लेके जाते हैं मजिस्ट्रेट के सामने, वो करते हैं, वो आर्टिकल नंबर 164 के तहत गवाही मानी जाती है। सीआरपीसी एक्ट मिलेगी। ऐसा नहीं कि आज आपने कोई खुदा न खास्ता किसी इंसान एबीसी से आज क्राइम हो गया, कल सरकार ने कोई और कानून बना दिया और उसी नए कानून के हिसाब से उसको पटे चढ़ा दिया, ऐसा नहीं। तो तीनों क्लियर है इसके तहत, बहुत खूबसूरत है, हमें मतलब जिंदा बनाए रखने के लिए यही जिम्मेदार है। उसके बाद आता है आर्टिकल नंबर 20 में सबसे अहम, राइट टू लाइफ एंड पर्सनल लिबर्टी, जिंदगी जीने का अधिकार और निजी स्वतंत्रता का अधिकार, जिसको हिंदी में बोल दो, पंजाबी में बोल दो, दैहिक स्वतंत्रता, सिंपल वर्ड बोल देते हैं, व्यक्तिगत स्वतंत्रता या निजी स्वतंत्रता इसको बोल लो, पर्सनल लिबर्टी बोलो। अब ये वो आर्टिकल है जिन पे बाद में चल के, अब तुम लोगों को अगर शायद तुम्हें पता नहीं, तुम अभी बच्चे हो, हम में से कई लोग ऐसे होंगे, मतलब जो यहाँ पे बैठे हैं चारों में से, जिन्होंने कई वो आदम भी देखे हैं जिनमें मीसा, मेंटेनेंस ऑफ इंटरनल सिक्योरिटी एक्ट, मीसा, टाडा, पोटा, जो सिद्धू मूसे वाले का गाना था ना कि जटते वही केस लगे जेड़ा लगे संजय दत्त टाडा लगे, टेरर एंटी डिटेंशन एक्टिविटीज,
अब ये ऐसे एक्ट थे बेसिकली, इनमें एक आपसा भी काउंट कर लो, आपसा थोड़ा सा एक्सेप्शन है बट आता इसी कैटेगरी में। ये कुछ ऐसे एक्ट थे गाले जिनके तहत सरकार जब चाहे आपको उठा ले। आपने क्राइम नहीं किया है बट सरकार को अंदेशा कि तुम क्राइम कर सकते हो, किया नहीं है, सरकार ने उठा लिया। और सरकार ने उठा लिया 6 महीने तक ना कोई कोर्ट, ना कोई केस, ना कोई गवाही, ना कोई सुनवाई। अब तुम देखो तुम्हारे पास जिंदा रहने का अधिकार है, अब वो भी सरकार डिसाइड करेगी जिंदा रहोगे कि नहीं रहोगे। तुम्हारी पर्सनल लिबर्टी है, तुम पर्सनल लाइफ में जो मर्जी करो, बट वो भी सरकार डिसाइड करेगी तुम क्या करोगे क्या नहीं करोगे। इसकी बहुत सारी एग्जाम्पल्स हैं, बहुत सारे सुप्रीम कोर्ट के वर्डिक्ट्स हैं, बहुत सारे केसेस हैं, बहुत लंबा है, ये अकेला 2 दिन का टॉपिक है। बट मेन करेक्ट समझो कि ये राइट आपको मिला हुआ है कि आप स्वतंत्र हैं, जिंदा रहने का अधिकार है और आपके पास पर्सनल लिबर्टी है। अब इस पे भी कुछ रोक है, बट रोक क्या है, दैट आर अंडर प्रोसीजर एस्टेब्लिश्ड बाय लॉ, यानी कि विधि के द्वारा बनाए गए प्रक्रिया। ये जापान से टर्म लिया, एक ऐसी फ्रेज है जो इंडियन कॉन्स्टिट्यूशन में सबसे महत्वपूर्ण फ्रेजेस में से आती है, वाक्यांशों में से आती है कि भाई आपको जिंदा रहने का अधिकार है, दैहिक स्वतंत्रता का अधिकार है, पर्सनल लिबर्टी का अधिकार है, बट सरकार ले सकती है कैसे, कानून के द्वारा इस्टेब्लिश किए गए प्रोसीजर के हिसाब से। अब किसी को फांसी दी जाती है, वो बोलेगा कि मेरा तो जिंदा रहने का अधिकार है, पर सरकार ने नीचे एक छोटी सी लाइन में लिखा होता है कि अंडर द प्रोसीजर एस्टेब्लिश्ड बाय लॉ वी कैन टेक दिस। ये इतना इंपॉर्टेंट है कि आर्टिकल नंबर 352 के तहत जब राष्ट्रीय आपातकाल लगता है, नेशनल इमरजेंसी लगती है, तब भी आपको ये अधिकार मिलता है। ये अधिकार सारे नागरिक को, इवन की एक ऑस्ट्रेलियन है, एक पाकिस्तानी है, वो भी इंडिया में है, तो उसको भी मिलेगी। एक्सप्लॉयटेशन का मतलब क्या होगा कि किसी भी प्रकार की मानसिक, शारीरिक जो एक्सप्लॉयटेशन है उसको निषेध किया गया भारतीय सुधार में, जिसमें फोर्स लेबर भी आ जाती है। 24 के तहत तो यहाँ तक बोला गया कि जो चाइल्ड लेबर है उसको भी निषेध किया गया, 14 साल से नीचे बच्चे को काम करवाना करना, ये दोनों निषेध किए। तो किसी भी प्रकार की एक्सप्लॉयटेशन, चाहे वो ह्यूमन ट्रैफिकिंग के रिगार्डिंग हो, प्रोस्टिट्यूशन के रिगार्डिंग हो, या किसी भी प्रकार के दैहिक व्यापार के संबंधित रिगार्डिंग हो, या किसी भी प्रकार की बंधुआ मजदूरी के रिगार्डिंग हो, उन सब चीजों को निषेध किया गया ताकि ह्यूमन लाइफ डिग्निफाइड, इंटीग्रेटेड बन सके, एक व्यक्ति का एक सेल्फ रिस्पेक्ट जो होता है समाज में वो मेंटेन। ठीक है, कि आर्टिकल नंबर 23 और 24 के तहत प्रावधान किया गया। उसके बाद धार्मिक स्वतंत्रता अधिकार 25 से 28, इसके अंदर बेसिकली आता है कि आपको, हम बोलते हैं ना कि इंडिया इज सोशल, सोशलिस्ट, सेकुलर, डेमोक्रेटिक एंड रिपब्लिक कंट्री। ये जो प्रभुसत्ताशाली, समाजवादी, धर्मनिरपेक्ष, स्वतंत्र, गणतंत्र राज्य है। अब ये जो धर्मनिरपेक्ष राज्य की स्थापना की गई है ना, रिलीजियस फ्रीडम की, वो यहाँ तुम तो खाड़ी के देश देखो, खाड़ी के इवन पाकिस्तान के ऊपर वाला जो सारा पोर्शन है, अफ्रीका और यूरोप के नीचे के बीच में, वो सारे देश इस्लामिक है। इस्लामिक मीन्स कि उनके वहाँ पे इस्लाम मुख्य धर्म है। आप वहाँ पे कोई सिविल सर्विस की जॉब चाहते हो, कोई राजनेता बनना चाहते हो, किसी पोस्ट पे जाना चाहते हो, तो आपको उस धर्म से संबंधित होना जरूरी है। बट इंडिया के अंदर एक बेहतरीन खूबसूरती ये है कि वी द पीपल ऑफ 140 बिलियन पीपल, वी हैव अ सेकुलरिज्म इन इंडिया। Even though secularism is different in the prevailing in Western countries, पश्चिमी धर्मनिरपेक्षता से इंडियन धर्मनिरपेक्षता बहुत अलग है। वो एक अलग कंसेप्ट है, मैं उसमें ज्यादा नहीं जाऊंगा, बट वी आर सेकुलर कंट्री। 2 प्रकार की कंट्री धर्म के बेस पे हो सकती है। एक वो कंट्री जो थियोलॉजी होती है, थियोलॉजी का मतलब होता है धर्मतंत्र। वो कंट्री जो धर्म के हिसाब से चले उनको हम थियोलॉजी कह देते हैं, धर्मतंत्र के हिसाब से। और एक कंट्री सेकुलर जो धर्म को ना माने। अब आप प्रार्थना कैसे करोगे, ऐसे करोगे, ऐसे करोगे, घुटने टेक के करोगे, खड़े होकर करोगे, ये आपकी स्वतंत्रता है। आप अपने धर्म का प्रचार कैसे करोगे, उस पर कितना टैक्स लगाया जाएगा, स्टेट रिलीजन को कैसे कंसीडर करेगा, ये इन 4 आर्टिकल के अंदर बताएं। समझ आएगा? क्लियर हुआ? हाँ। अब सेकुलर की मैं परिभाषा दे देता हूँ जो कि मैं सारी उम्र काम आएगी। सेकुलरिज्म का मतलब ये होता है कि स्टेट का कोई ऑफिशियल रिलीजन नहीं होता। इंडियन स्टेट का कोई ऑफिशियल रिलीजन नहीं है ना। दूसरा, स्टेट रिलीजन के अंदर कभी इंटरफेरेंस नहीं करता। अब तुमने कौन से धर्म को मानना है, कौन से धर्म को नहीं मानना, दैट इज योर पर्सनल चॉइस।
स्टेट इज नॉट गोइंग टू इंटरफेयर, दैट इज सेकुलरिज्म। अब सेकुलरिज्म को एस्टेब्लिश ही नहीं किया गया, उसके लिए अलग से प्रावधान भी किए गए कि भाई आप पे कोई टैक्स नहीं लगेगा, आप अपने धर्म का प्रचार भी कर सकते हैं, प्रसार भी कर सकते हैं, आप अपने धार्मिक स्वतंत्रता को बनाए रखने के लिए कई प्रकार के एजुकेशनल रिलीजियस इंस्टीट्यूट भी खोल सकते हैं। अब एसजीपीसी के जितने स्कूल और कॉलेजेस चलते हैं, ईसाई मशीनरी के जितने स्कूल और कॉलेजेस चलते हैं, वो इसी आर्टिकल नंबर 25 से 28 को अगर 29-30 के साथ जोड़ के रखा जाए तो वो इसी कैटेगरी के अंदर चलते हैं। ठीक है, वो अपने धर्म का प्रसार भी करते हैं, उन पे कोई टैक्स भी नहीं लगता, स्टेट इंटरफेरेंस की बात। यहां तक किसी को डाउट? Then come on to the article number 29 and 30, cultural and education। अब कल्चरल एजुकेशन में माइनॉरिटी राइट्स के रिगार्डिंग बात की जाती है। इंडिया में एक बड़ी खूबसूरत चीज है, माइनॉरिटी को प्रिजर्व करने के लिए बहुत सारे प्रावधान भारतीय सुधार के अंदर किए गए, मौलिक अधिकारों के अंदर एक साथ। अब हम माइनॉरिटी गिनते कैसे, वो एक टेक्निकल कंसेप्ट है जिसपे सारा लोचा होता है। ये चीजें इतनी सिंपल नहीं जितनी मैं बता। सो 29 और 30 के अंदर माइनॉरिटी की परिभाषा दी गई है और माइनॉरिटी के राइट की बात की गई है, चाहे वो कल्चरल हो, सांस्कृतिक अधिकार हो, चाहे वो शिक्षक अधिकार हो, 29 और 30 के अंदर उनका प्रावधान किया गया। ठीक है, माइनॉरिटी दो तरीके से हमारे यहाँ इंडिया में कंसीडर की जाती है, एक धर्म के नाम पे, एक भाषा के नाम पे, दो ही तरीके से हमारी कंसीडर की जाती है। इवन की अगर तुम देखोगे जो हमारा रिजर्वेशन वाला कंसेप्ट है ना, रिजर्वेशन सबका मतलब जो बड़ा एक डिबेटिंग टॉपिक है, मतलब तुम लोगों को भी उसके फटके लगेंगे जब तुम थोड़ा बड़े हो जाओगे, उसके बहुत फटके लगते हैं, मतलब है ना रिजर्वेशन के। पता लगता है कि आप 90% लेके आए हो, आपको सीट नहीं मिली, 33% वाला वहां पे बैठा पड़ रहा है, ठीक है, एंड 33% वाला जॉब भी लग गया, तो वो रिजर्वेशन है। वो रिजर्वेशन कैसे मिलता है, वो इसी आर्टिकल को जब आप आर्टिकल नंबर 16, 15 और 14 के साथ जोड़ के पढ़ते हो, इंक्लूडिंग डायरेक्टिव प्रिंसिपल स्टेट पॉलिसी के अंदर आर्टिकल नंबर 39C और 39B को जब जोड़ के पढ़ते हो, तब रिजर्वेशन का कंसेप्ट इंडियन कॉन्स्टिट्यूशन में निकल के आता है। ठीक है जी। देन आ गया सबसे बेहतरीन राइट ऑफ कॉन्स्टिट्यूशनल रेमेडीज, संवैधानिक उपचारण अधिकार। दिस इज सो इंपॉर्टेंट दैट इवन द फादर ऑफ इंडियन कॉन्स्टिट्यूशन डॉक्टर भीमराव अंबेडकर कंसीडर दिस आर्टिकल एज अ स्पिरिट ऑफ इंडियन कॉन्स्टिट्यूशन। अब भाई आपको बता दिए कि ये अधिकार होंगे, अगर नहीं मिले तो क्या करोगे? तो ये भी बोला गया कि अगर नहीं मिले ना तो आर्टिकल नंबर 13, 32 और 226 के तहत, 226 के तहत हाई कोर्ट को पावर दी गई है, 32 और 13 के तहत सुप्रीम कोर्ट को पावर दी गई है कि अगर आपके किसी भी प्रकार के मौलिक अधिकार की उल्लंघना होती है तो आप डायरेक्टली हाई कोर्ट और सुप्रीम कोर्ट के अंदर अपनी रिट डाल सकते हो और सुप्रीम कोर्ट उसको लागू करवाएगी। सुप्रीम कोर्ट उसके लिए 5 प्रकार की रिट डालती है, वो 5 प्रकार की रिट अपने आप में 5 चैप्टर हैं, तो उन पे मैं नहीं जाऊंगा, बट वो रिट डालती है। क्लियर है? अब इसके रिगार्डिंग किसी को कोई डाउट थोड़ा जल्दी तो नहीं होगा, क्योंकि देखो मैंने तो ऊपर से करना है, इनके बड़े कंसेप्ट है, बड़े लोचे हैं इनके, ये इतना सिंपल नहीं है जितना तुम लोगों को लगता है। हर एक आर्टिकल की प्रिविलेजेस होती हैं, हर एक आर्टिकल के ऊपर कुछ लिमिटेशंस होती हैं। जैसे फॉर एग्जांपल कानून के सामने समान, अब एक आतंकवादी आ गया, अब उसको तो समान नहीं कर सकते ना, आप उसको तो इक्वल नहीं कंसीडर कर सकते कानून के सामने, है ना। एक जासूस आ गया, उसको तो कंसीडर नहीं कर सकते ना इक्वल। अब एक व्यक्ति किसी डाउन कास्ट से बिलोंग करता है, एससी से, अब उसको रिजर्वेशन मिल रहा है, तो कानून के सामने समानता कहाँ से हुई? तो कहीं है। उनका भी इलाज दिया गया संविधान के अंदर, या तो कुछ प्रिविलेजेस दी गई हैं या कुछ लिमिटेशन दी गई है, तो वो हमने कवर नहीं किया, हमने सिर्फ ये कवर किया है कि मौलिक अधिकार होते हैं। ओके, सो आई होप यू लाइक द सेशन, आई होप यू अंडरस्टूड द कांसेप्ट्स। समझ आया? Yes, sir. अगर इसमें कहीं पे भी किसी को डाउट हो तो